जे तुसी साडा गलमा आके फड़ोगे असी धौण ते गोडा रख लैने आ। असी हुण मेले च नहीं बैठे, इत्थे ये जंग च बैठे हैं। असी इत्थे बोलन नहीं आए, असी इत्थे कोई आपदी स्टेज दी दावेदारी नहीं रखण आए। अज जे दिल्ली घेरी गई आ तां अज असी आके घेरी आ इत्थे। सत श्री अकाल जी, तुसीं देख रहे हो RMB ਟੈਲੀਵਿਜ਼ਨ। बड़े बयान आ रहे हैं स्टेज ਨੂੰ ਲੈ ਕੇ। एक बयान सामने निकल के आया सरजीत सिंह फूल का, साडी ही इंटरव्यू सी। बड़े लोगों का यह भी कहना सी भी तुसीं दीप सिद्धू का वर्जन नहीं लेंदे। आ गया दीप सिद्धू, पुछ लैने आ की कारण आ की नहीं। जिहड़ी एकता दा गल आ, एकता की गल होनी चाहिए, असीं भी एकता की गल करते हैं, पर जिहड़ी मिसअंडरस्टैंडिंग आ वो कित्थे आ। दीप भाई स्वागत आ। जिहड़ी मिसअंडरस्टैंडिंग आ वो कित्थे आ। स्टेज दीयां गल्लां हुंदियां, बड़ियां गल्लां चल रहीआं, पर एके दी गल भी हुंदी आ, पर नाल स्टेज वाला चक्कर भी चलदा गा। जिहड़ी मिसअंडरस्टैंडिंग आ वो कित्थे आ। किस तरह की मिसअंडरस्टैंडिंग? जिहड़ी मिसअंडरस्टैंडिंग किसान आगू कह रहे हैं, उधर तुहाडे सपोर्टर कह रहे हैं भी तुसीं तां इहदा समझा दो आपदे सपोर्टर्स नूं भी जे नहीं टाइम मिलदा स्टेज ते तां कोई बड़ी वड्डी गल नहीं, कुछ तां कहो, क्योंकि लोग सानू भी पुछ रहे ने भी एक आगू आके बयान दे के गया इदां दा कंसैप्ट बनाएगा, गल की आ, रीजन की आ। नहीं भाई देखो, गल आए आ भी इत्थे स्टेज ते बोलन तां नहीं आए आपां, बिल्कुल है ना। और स्टेज ते मैं तां कहा ही नहीं भी मैं इनू बुलाओ। हुण जे साडे किसान आगूआं नूं कोई ये गल लगी भी दीप सिद्धू नूं स्टेज दे नेड़े भी नहीं आउण देना, सो मैं उन्हां नूं एक गल कहना जी, असीं इत्थे बोलन नहीं आए, असीं इत्थे कोई आपदी स्टेज दी दावेदारी नहीं रखण आए। असीं तां तुहाडे नाल आ। हुण तां पंजाब ने इक्का दिखाउणा, साडी लड़ाई तां दिल्ली नाल आ। आपस च हुण वखरेवें जे पैदा करांगे ਉਹ ਫਿਰ ਦੀਪ ਸਿੱਧੂ ਤਾਂ ਨਹੀਂ ਕਰੂਗਾ। ਦੀਪ ਸਿੱਧੂ ਤਾਂ ਹੁਣ ਨਾਲ ਖੜਾ, ਵਖਰੇਵੇਂ ਤਾਂ ਅਸੀਂ ਅੰਦਰ ਪੈਦਾ ਕਰ ਲਏ, ਉਹਨਾਂ ਨੂੰ ਨਜਿੱਠ ਲਿਆ। ਜਿੱਥੇ ਉਹ ਕਿਤੇ ਗਲਤ ਸੀ ਉਹਨੂੰ ਆਪਾਂ ਉਹਦੀ ਨਿੰਦਾ ਵੀ ਕੀਤੀ, ਪਰ ਇੱਥੇ ਆ ਕੇ ਤਾਂ ਅਸੀਂ ਇਕੱਠੇ ਖੜੇ ਆ। ਤੇ ਹੁਣ ਜੋ ਤੁਸੀਂ ਕਹਿੰਦੇ ਹੋ ਸਿਰ ਮੱਥੇ, ਜੇ ਤੁਸੀਂ ਕਹਿੰਦੇ ਹੋ ਸਟੇਜ ਦੇ ਨੇੜੇ ਵੀ ਨਹੀਂ ਆਊਗਾ, ਆਪਾਂ ਸਟੇਜ ਦੇ ਨੇੜੇ ਆਏ ਵੀ ਨਹੀਂ, ਕੋਈ ਵੱਡੀ ਗੱਲ ਨਹੀਂ ਆ ਇਹ। ਸੋ ਉਹਨਾਂ ਦਾ ਕਹਿਣਾ ਸਿਰ ਮੱਥੇ ਆ, ਕੋਈ ਗੱਲ ਨਹੀਂ ਇਹ। ਬਿਮਾਰੀ ਦੀ ਜੜ ਤੱਕ ਪਹੁੰਚ ਰਹੇ ਆ, ਇੱਥੇ ਬੈਠੇ ਆ, ਪਰ ਜਿਹੜਾ ਮਨੋਬਲ ਆ ਨੌਜਵਾਨੀ ਦਾ ਉਹ ਕਿਤੇ ਨਾ ਕਿਤੇ ਘਟ ਰਿਹਾ ਹੈਗਾ, ਕਿਉਂਕਿ ਜਿਹੜੇ ਸਾਡੇ ਆਈਕਨ ਆ ਉਹਨਾਂ ਨੂੰ ਸਮਾਂ ਨਹੀਂ ਦਿੱਤਾ ਜਾ ਰਿਹਾ। ਜਿਹੜੀ ਇਹ ਗੱਲ ਆ, ਇਹ ਦੁਬਿਧਾ ਤੁਸੀਂ ਜਿਹੜੇ ਆਪਦੇ ਫੈਨਸ ਦੀ ਆ ਜਾਂ ਜਿਹੜੇ ਲੋਕ ਤੁਹਾਡੇ ਨਾਲ ਜੁੜੇ ਪਿਆ ਉਹਨਾਂ ਦੀ ਦੁਬਿਧਾ ਦੂਰ ਕਰ ਦਿਓ ਥੋੜੀ ਜੀ। ਭਾਈ ਗੱਲ ਆਏ ਆ ਵੀ ਪਹਿਲਾਂ ਤਾਂ ਮੈਂ ਕਿਸੇ ਨੂੰ ਆਪਦਾ ਫੈਨ ਨਹੀਂ ਮੰਨਦਾ, ਉਹ ਭਰਾ ਮੇਰੇ, ਹੈ ਨਾ। ਇੱਕ ਰਿਸ਼ਤਾ ਪੈਦਾ ਹੋ ਜਾਂਦਾ ਜਦੋਂ ਅਸੀਂ ਇੱਕ ਦੂਜੇ ਦੇ ਨਾਲ ਖੜੇ ਹੁੰਨੇ ਆ, ਇੱਕ ਦੂਜੇ ਦੀ ਸਪੋਰਟ ਕਰਦੇ ਆ, ਤਾਂ ਉਹ ਇੱਕ ਦਿਲਾਂ ਦਾ ਰਿਸ਼ਤਾ, ਹੈ ਨਾ, ਉਹ ਇੱਕ ਪਰਿਵਾਰਕ ਸਾਂਝੀ ਹੋ ਜਾਂਦੀ ਆ। ਸੋ ਇਸ ਕਰਕੇ ਉਹ ਮੇਰੇ ਫੈਨ ਨਹੀਂ ਆ, ਸਾਰੇ ਭਰਾ ਹੀ ਆ। ਔਰ ਉਹਨਾਂ ਨੂੰ ਇਹੀ ਗੱਲ ਕਹਿਣੀ ਆ ਵੀ ਸਾਡਾ ਜਿਹੜਾ ਮੇਰਾ ਮਕਸਦ ਇਹ ਸੀ ਵੀ ਪੰਜਾਬ ਜਾਗੇ, ਤੇ ਪੰਜਾਬ ਜਾਗ ਗਿਆ ਬਾਈ, ਹੈ ਨਾ। ਇਹ ਗੁਰੂ ਮਹਾਰਾਜ ਦੀ ਅਸੀਂ ਅਰਦਾਸ ਇਹੀ ਕਰਕੇ ਤੁਰੇ ਸੀ ਵੀ ਜਿਹੜੀ ਉਹ ਚਿਣਗ, ਜਿਹੜੀਆਂ ਕਮਾਈਆਂ ਸਾਡੇ ਗੁਰੂ ਮਹਾਰਾਜ ਸਾਡੇ ਸ਼ਹੀਦ ਕਰ ਗਏ, ਉਹ ਵਿਅਰਥ ਨਹੀਂ ਗਈਆਂ। ਆਹ ਦੇਖੋ ਇੱਥੇ ਜੇ ਬੈਠੇ ਆ, ਉਹ ਕਮਾਈਆਂ ਕਰਕੇ ਹੀ ਬੈਠੇ ਆ ਅਸੀਂ। ਇਹ ਜਜ਼ਬਾ ਉਹਨਾਂ ਕਮਾਈਆਂ ਦਾ ਪੈਦਾ ਕੀਤਾ ਹੋਇਆ। ਪੰਜਾਬ ਜਾਗ ਗਿਆ। ਅੱਜ ਪੰਜਾਬ ਨੂੰ ਪਤਾ, ਲੋਕਾਂ ਨੂੰ ਪਤਾ ਉਹਨਾਂ ਦਾ ਟੀਚਾ ਕੀ ਆ, ਉਹਨਾਂ ਨੂੰ ਚਾਹੀਦਾ ਕੀ ਆ। ਹੁਣ ਆਗੂ ਵੀ ਭਟਕ ਨਹੀਂ ਸਕਦੇ, ਆਗੂ ਵੀ ਨਹੀਂ ਵੇਚ ਸਕਦੇ ਇਸ ਗੱਲ ਨੂੰ। ਸੋ ਅਸੀਂ ਇੱਥੇ ਆਏ ਹੀ ਇਸ ਕਰਕੇ ਆ ਕਿਉਂਕਿ ਲੋਕਾਂ ਨੂੰ ਆਪਦਾ ਟੀਚਾ ਪਤਾ ਲੱਗ ਗਿਆ। ਔਰ ਮੈਂ ਜਿਹੜੀ ਗੱਲ ਕਰ ਰਿਹਾ ਸੀ ਵੀ ਪੰਜਾਬ ਉਹ ਪੰਜਾਬ ਨਹੀਂ ਆ ਜਿਹੜਾ ਬਣਾ ਦਿੱਤਾ ਗਿਆ, ਇਹਦੇ 'ਚ ਤਾਂ ਉਹ ਚਿਣਗ ਪਈ ਆ ਜਿਹੜੇ ਸਾਡੇ ਗੁਰੂ ਸਾਹਿਬਾਨ ਲਾ ਗਏ। ਆ ਤੁਸੀਂ ਦੇਖ ਲਓ, ਪ੍ਰਤੱਖ ਕਰਤਾ ਤੁਹਾਡੇ ਸਾਹਮਣੇ, ਅੱਜ ਦਿੱਲੀ ਘਰੀ ਬੈਠੇ ਆ। ਇਹ ਇਤਿਹਾਸਕ ਗੱਲ ਆ। ਸਰਦਾਰ ਬਘੇਲ ਸਿੰਘ ਤੋਂ ਬਾਅਦ ਅੱਜ ਜੇ ਦਿੱਲੀ ਘੇਰੀ ਗਈ ਆ ਤਾਂ ਉਹ ਅੱਜ ਅਸੀਂ ਆ ਕੇ ਘੇਰੀ ਆ ਇੱਥੇ। ਇਹ ਬਹੁਤ ਇਤਿਹਾਸਕ ਗੱਲ ਆ ਆਪਾਂ ਜਿਹੜੀ ਕਰ ਗਏ। ਪਰ ਇੱਕ ਗੱਲ ਆ, ਅਸੀਂ ਹੁਣ ਮੇਲੇ 'ਚ ਨਹੀਂ ਬੈਠੇ, ਇੱਥੇ ਇਹ ਜੰਗ 'ਚ ਬੈਠੇ ਆ ਅਸੀਂ। ਸੋ ਇੱਥੇ ਰਾਤ ਨੂੰ ਡੀਜੇ ਲਾ ਕੇ ਨੱਚਾਂਗੇ ਜਾਂ ਰਾਤ ਨੂੰ ਦਾਰੂ ਪੀਵਾਂਗੇ, ਇਹ ਗੱਲ ਮੈਂ ਅਪੀਲ ਕਰਦਾ ਸਾਡੇ ਸਾਰੇ ਜਿਹੜੇ ਨੌਜਵਾਨਾਂ ਨੂੰ ਵੀ ਆਪਾਂ ਜੰਗ 'ਚ ਬੈਠੇ ਆ, ਇਹਨੂੰ ਮੇਲਾ ਨਾ ਸਮਝੋ। ਸਾਡੇ ਮੋਢਿਆਂ ਤੇ ਬਹੁਤ ਵੱਡੀ ਜ਼ਿੰਮੇਵਾਰੀ ਆ ਤੇ ਉਸ ਜ਼ਿੰਮੇਵਾਰੀ ਦਾ ਅਹਿਸਾਸ ਤੁਹਾਨੂੰ ਹੋਣਾ ਚਾਹੀਦਾ। ਤੁਸੀਂ ਇਤਿਹਾਸ ਰਚਤਾ ਤੇ ਮੈਂ ਸਜਦਾ ਕਰਦਾ ਤੁਹਾਡੇ ਜਜ਼ਬੇ ਨੂੰ ਵੀ ਉਹੀ ਕਮਾਈਆਂ ਦੀ ਗੱਲ ਜਿਹੜੀ ਮੈਂ ਕਰਦਾ ਉਹ ਤੁਸੀਂ ਦਿਖਾਤਾ ਵੀ ਸਾਡੇ ਜਦੋਂ ਗਲਾਂ ਤੇ ਗੱਲ ਆਉਂਦੀ ਹੈ ਨਾ
ਜੇ ਤੁਸੀਂ ਸਾਡਾ ਗਲਮਾ ਆ ਕੇ ਫੜੋਗੇ ਅਸੀਂ ਧੌਣ ਤੇ ਗੋਡਾ ਰੱਖ ਲੈਨੇ ਆ। ਹੁਣ ਗੱਲ ਇੱਥੇ ਆ ਕੇ ਖੜ ਗਈ ਵੀ ਜਿਹੜਾ ਸੈਂਟਰ ਸਰਕਾਰ ਆ ਉਹ ਕਹਿ ਰਹੀ ਆ ਵੀ ਤੁਸੀਂ ਧੌਣ ਤੋਂ ਗੋਡਾ ਚੱਕੋ, ਅਸੀਂ ਕਹਿ ਰਹੇ ਆ ਤੂੰ ਗਲਮਾ ਛੱਡ। ਸੋ ਹੁਣ ਗੱਲ ਇੱਥੇ ਆ, ਉਹ ਗਲਮਾ ਉਹਨਾਂ ਨੇ ਪਹਿਲਾਂ ਫੜਿਆ, ਗਲਮਾ ਛੱਡ ਦੇਣ ਅਸੀਂ ਧੌਣ ਤੋਂ ਗੋਡਾ ਚੱਕ ਲਾਂਗੇ। ਜਿਹੜੀ ਜਵਾਨੀ ਆ ਭਾਈ ਕਦੇ ਜੋਸ਼ ਦੇ ਵਿੱਚ ਹੋਸ਼ ਵੀ ਖੋ ਪੈਂਦੀ ਆ, ਹੋ ਜਾਂਦਾ ਕਦੇ ਕਦੇ, ਪਰ ਪੰਜਾਬੀਆਂ ਨੇ ਸਾਬਤ ਕਰਤਾ, ਨੌਜਵਾਨਾਂ ਨੇ ਸਾਬਤ ਕਰਤਾ ਉੜਤਾ ਪੰਜਾਬ ਵਾਲਾ ਪੰਜਾਬ ਨਹੀਂ, ਇਹ ਉਹ ਪੰਜਾਬ ਆ ਜਿਨ੍ਹਾਂ ਨੇ ਵੱਡੀਆਂ ਵੱਡੀਆਂ ਜੰਗਾਂ ਜਿੱਤੀਆਂ, ਇਹ ਗੁਰੂ ਗੋਬਿੰਦ ਸਿੰਘ ਦਾ ਪੰਜਾਬ ਆ। ਪਰ ਜਿਹੜੀ ਗੱਲ ਆਉਂਦੀ ਹੈ ਨੌਜਵਾਨੀ ਨੂੰ ਬੰਨ੍ਹ ਕੇ ਰੱਖਣ ਦੀ, ਉਹਦੇ ਲਈ ਆਪਾਂ ਨੂੰ ਕੀ ਕਰਨਾ ਚਾਹੀਦਾ? ਕੀ ਕਹਿ ਰਹੇ ਹੋ ਤੁਸੀਂ ਨੌਜਵਾਨਾਂ ਨੂੰ? ਦੇਖੋ ਬੰਨ੍ਹ ਕੇ ਰੱਖਣ ਦੀ ਗੱਲ ਆਏ ਆ ਵੀ ਇਹ ਜਿਹੜਾ ਹੁਣ ਸੰਘਰਸ਼ ਅਸੀਂ ਵਿੱਢਿਆ ਸੀ ਤੇ ਜਦੋਂ ਦਿੱਲੀ ਨੂੰ ਤੁਰ ਪਏ ਸੀ ਉਦੋਂ ਕੋਈ ਲੀਡਰਸ਼ਿਪ ਨਹੀਂ ਸੀ ਅੱਗੇ। ਅਸੀਂ ਉਸ ਲੀਡਰਸ਼ਿਪ ਤੋਂ ਬਿਨਾਂ ਇੱਥੋਂ ਤਾਂ ਹੀ ਲੈ ਆਏ ਆ। ਲੀਡਰਸ਼ਿਪ ਨੇ ਵੀ ਨਹੀਂ ਸੋਚਿਆ ਸੀ ਵੀ ਆਹ ਕਰ ਜਾਣਗੇ ਇਹ। ਤੁਸੀਂ ਦੇਖੋ ਤਾਂ ਲੋਕ ਆਪ ਸਮਝ ਚੁੱਕੇ ਆ, ਪੁਰਾਣੇ ਅਸੀਂ ਸਿੱਖਿਆ, ਸਾਨੂੰ ਕਹੀ ਜਾਂਦੇ ਰਹਿੰਦੇ ਆ ਨਾ ਭੁੱਲ ਜਾਓ 84, ਕਿਵੇਂ ਭੁੱਲ ਜਾਈਏ 84? ਅੱਜ 84 ਤੋਂ ਸਿੱਖ ਕੇ ਹੀ ਬੈਠੇ ਆ ਵੀ ਅਸੀਂ ਕੋਈ ਵੀ ਮੌਕਾ ਨਹੀਂ ਦੇਣਾ ਜੋ ਕਿ ਸੰਘਰਸ਼ ਨੂੰ ਇਹ ਕਿਸੇ ਹੋਰ ਪਾਸੇ ਲੈ ਜਾਣ ਜਾਂ ਸਾਡੇ ਤੇ ਕੋਈ ਇਲਜ਼ਾਮ ਲਾ ਕੇ ਕੋਈ ਨਾ ਕੋਈ ਐਕਸ਼ਨ ਲੈਣ, ਸਾਡੇ ਤੇ ਵਾਇਲੈਂਸ ਕਰਨ। ਲੋਕ ਇੰਨੇ ਸਿਆਣੇ ਆ, ਇੱਕ ਸ਼ੀਸ਼ਾ ਵੀ ਨਹੀਂ ਭੰਨਿਆ ਕਿਸੇ ਬੱਸ ਦਾ, ਕਿਸੇ ਦੁਕਾਨਦਾਰ ਨੂੰ ਨਹੀਂ ਤੰਗ ਕੀਤਾ, ਉਲਟਾ ਉਹ ਆਪ ਆ ਕੇ ਕਹਿ ਰਹੇ ਆ ਸਾਨੂੰ ਲੰਗਰ ਲਾ ਰਹੇ ਆ। ਦੇਖੋ ਦੇਖੋ ਜਜ਼ਬਾ ਦੇਖੋ, ਇੰਨਾ ਆਰਗੇਨਾਈਜ਼ਡ ਕਰਾਊਡ। ਔਰ ਅਸੀਂ ਰਾਤ ਨੂੰ ਹੁਣ ਇੱਥੇ ਇੱਕ ਗੇੜਾ ਦਿੰਨੇ ਆ ਸਤਨਾਮ ਵਾਹਿਗੁਰੂ ਦਾ ਜਾਪ ਕਰਦੇ ਹੋਏ, ਤਾਂ ਕਿ ਜੇ ਕੋਈ ਸਰਕਾਰ ਇਸ ਮਾਹੌਲ 'ਚ ਨਾ ਕੋਈ ਆਪਦੇ ਲੋਕ ਵੀ ਭੇਜ ਸਕਦੀ ਹੈ ਡਿਸਟਰਬ ਕਰਨ ਵਾਸਤੇ, ਤਾਂ ਅਸੀਂ ਉਹ ਪਹਿਰਾ ਵੀ ਦਿੰਨੇ ਆ ਰਾਤ ਨੂੰ। ਸਾਡਾ ਕੰਮ ਤਾਂ ਲੋਕਾਂ ਨੂੰ ਜਗਾਉਣਾ ਸੀ, ਸਾਡਾ ਕੰਮ ਇਹ ਆਰਗੇਨਾਈਜ਼ ਕਰਨਾ, ਇਸ ਪੂਰੇ ਸੰਘਰਸ਼ ਨੂੰ ਇੱਥੇ ਜੋ ਹੁਣ ਲਾਮਬੰਦੀ ਹੋਈ ਆ ਇਹਨੂੰ ਆਰਗੇਨਾਈਜ਼ ਕਰਨਾ, ਉਹਦੇ ਲਈ ਅਸੀਂ ਆਪਦਾ ਕੰਮ ਕਰ ਰਹੇ ਹਾਂ। ਸਟੇਜ ਤੋਂ ਬੋਲਣਾ ਆਪਣਾ ਕੰਮ ਥੋੜੀ ਆ। ਮੈਂ ਵੀ ਗਲਤ ਹੋ ਸਕਦਾ, ਤੁਸੀਂ ਵੀ ਗਲਤ ਹੋ ਸਕਦੇ ਹੋ, ਆਗੂ ਵੀ ਗਲਤ ਹੋ ਸਕਦੇ, ਕਿਸੇ ਤੋਂ ਵੀ ਗਲਤੀ ਹੋ ਜਾਂਦੀ ਆ, ਜਾਣੇ ਅਣਜਾਣੇ ਵਿੱਚ ਵੀ ਹੋ ਜਾਂਦੀ ਆ। ਪਰ ਆਗੂਆਂ ਦੇ ਨਾਲ ਤੁਹਾਡੀ ਹੁਣ ਕੋਈ ਗੱਲਬਾਤ ਹੋਈ ਆ, ਕੋਈ ਰਾਬਤਾ ਹੈਗਾ? ਚਲੋ ਨਹੀਂ ਨਾ ਬੋਲਣ ਦੇ, ਚਲੋ ਉਹ ਗੱਲ ਮੈਟਰ ਅਲੱਗ ਰਹਿ ਗਿਆ ਵਿੱਚ, ਪਰ ਰਾਬਤਾ ਤਾਂ ਹੋਣਾ ਚਾਹੀਦਾ ਵੀ ਉੱਪਰ ਕੀ ਚੱਲ ਰਿਹਾ, ਮੀਟਿੰਗਾਂ 'ਚ ਕੀ ਚੱਲ ਰਿਹਾ, ਜਾਣਕਾਰੀ ਤਾਂ ਹੋਣੀ ਚਾਹੀਦੀ। ਉਹ ਹੋ ਰਹੀ ਹੈ ਗੱਲਬਾਤ? ਨਹੀਂ ਬਾਈ, ਉਹ ਮੈਨੂੰ ਇਸ ਗੱਲ ਦੀ ਜਿਹੜੀ ਇਹ ਕਹਿ ਲਓ ਵੀ ਇਹਦੀ ਮੇਰੀ ਪਹੁੰਚ ਉੱਥੋਂ ਤੱਕ ਹੋਈ ਨਹੀਂ ਹੈ। ਕਿਉਂ ਨਹੀਂ ਹੋਈ ਆ? ਉਹ ਆਪ ਹੀ ਪਾਸੇ ਰੱਖਦੇ ਆ, ਉਹਨਾਂ ਨੂੰ ਐਂ ਲੱਗਦਾ ਵੀ ਅਸੀਂ ਉਹਨਾਂ ਦਾ ਸ਼ਰੀਕ ਆ, ਹਨਾ। ਪਰ ਇਸ ਵੇਲੇ ਤਾਂ ਸਾਨੂੰ ਇੱਕ ਟੀਮ ਦੀ ਤਰ੍ਹਾਂ ਕੰਮ ਕਰਨਾ ਚਾਹੀਦਾ। ਮਾਫੀ ਚਾਹੂੰਗਾ ਜੇ ਮੈਂ ਜ਼ਿਆਦਾ ਬੋਲ ਗਿਆ, ਬਾਪੂ ਦੇ ਵੀ ਪੈਰੀਂ ਹੱਥ ਲਾਉਣੇ ਆ। ਜੇ ਜਾ ਕੇ ਬਹਿ ਜਾਓਗੇ, ਕੋਲੇ ਜਾ ਕੇ ਬੈਠ ਜਾਓ, ਤੁਸੀਂ ਪੁੱਛ ਲਓ ਭਾਈ ਕੀ ਗਲਤੀ ਹੋਈ ਹੈ, ਦੱਸ ਦਿਓ ਸਾਨੂੰ। ਮੈਂ ਮਿਲਿਆ ਸੀ, ਮੈਨੂੰ ਇੱਥੇ ਆਪਣੇ ਪਰਸੋਂ 2 ਆਗੂ ਮਿਲੇ ਸੀ ਸਾਡੇ, ਮੈਂ ਉਹਨਾਂ ਨੂੰ ਇਹੀ ਗੱਲ ਕਹੀ ਸੀ ਵੀ ਹੁਣ ਸਾਨੂੰ ਐਜ਼ ਅ ਟੀਮ ਕੰਮ ਕਰਨਾ ਚਾਹੀਦਾ, ਕਿਉਂਕਿ ਅਸੀਂ ਇੱਥੇ ਸਾਡਾ ਏਕਾ ਦਿਖਾਉਣਾ ਬਹੁਤ ਜ਼ਰੂਰੀ ਆ। ਇਹ ਗੱਲਾਂ 'ਚ ਨਾ ਹੋਵੇ, ਦਿਖੇ, ਹਨਾ। ਤੁਹਾਡੇ 'ਚ ਵੀ ਏਕਾ ਦਿਖੇ। ਲੋਕ ਤਾਂ ਤੁਹਾਡੇ 30 ਜਥੇਬੰਦੀਆਂ ਦੇ ਆਪਸ ਦੇ ਜਿਹੜਾ ਕੋਈ ਕੌਨਫਲਿਕਟ ਆ ਉਹਦੇ ਤੇ ਵੀ ਸਵਾਲ ਉਠਾ ਰਹੇ ਆ। ਸੋ ਬਾਕੀ ਜੇ ਤੁਹਾਨੂੰ ਐਂ ਲੱਗਦਾ ਵੀ ਮੈਂ ਕਿਤੇ ਤੁਹਾਡਾ ਦਿਲ ਦਿਖਾਇਆ ਤਾਂ ਮੈਂ ਮਾਫੀ ਮੰਗਦਾ ਇਸ ਗੱਲ ਲਈ, ਹਨਾ। ਪਰ ਇਹ ਗੱਲ ਉਹਨਾਂ ਦੇ ਪਤਾ ਨਹੀਂ ਕਿਉਂ ਸਮਝ ਨਹੀਂ ਆਈ, ਤੇ ਉਹ ਹੁਣ ਮੈਨੂੰ ਤਾਂ ਜਮਾਂ ਹੀ ਜਿਵੇਂ ਅਛੂਤ ਹੀ ਬਣਾਈ ਬੈਠੇ ਆ। ਇੱਥੇ ਆ ਗੱਲ। ਫਿਰ ਹੁਣ ਹੱਲ ਕਿਵੇਂ ਨਿਕਲੂਗਾ? ਹੱਲ ਤਾਂ ਕੱਢਣਾ ਪਊਗਾ, ਤੁਸੀਂ ਵੀ ਚਿਹਰੇ ਹੋ, ਹੱਲ ਤਾਂ ਕੱਢਣਾ ਪਊਗਾ ਨਾ। ਚਲੋ ਨਾ ਕੋਈ ਕਮੇਟੀ ਦਾ ਮੈਂਬਰ ਬਣਾਉਣ, ਨਾ ਕੁਛ ਬਣਾਉਣ, ਆਮ ਇਨਸਾਨਾਂ ਵਾਂਗੂ ਆਮ ਆ, ਸਾਰੀ ਆਮ ਆ, ਪਰ ਹੱਲ ਤਾਂ ਕੱਢਣਾ ਪਊਗਾ ਨਾ, ਉਹ ਤੁਹਾਨੂੰ ਕੱਢਣਾ ਪੈਣਾ। ਬਾਈ ਜੀ ਆਏ ਆ, ਅੱਜ ਮੀਟਿੰਗ ਆ ਕਿਸਾਨ ਆਗੂਆਂ ਦੀ ਸਰਕਾਰ ਨਾਲ, ਹਨਾ। ਆਪਾਂ ਇਹ ਅਰਦਾਸ ਕਰੋ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਨੂੰ ਵੀ ਕੋਈ ਅੱਜ ਸਰਕਾਰ ਹੀ ਹੱਲ ਦੇ ਦੇ, ਹਨਾ। ਅਦਰਵਾਈਜ਼ ਇਹਦੀ ਫਿਰ ਕੋਈ ਨਾ ਕੋਈ ਆਪਾਂ ਇਨੀਸ਼ੀਏਟਿਵ ਲਵਾਂਗੇ ਹੱਲ ਕੱਢਣ ਵਾਸਤੇ। ਆਪਾਂ ਕਿਸਾਨ ਆਗੂਆਂ ਦੇ ਨਾਲ ਕੋਈ ਨਾ ਕੋਈ ਰਾਬਤਾ ਬਣਾਵਾਂਗੇ, ਕਿਉਂਕਿ ਜਿਹੜਾ ਇੱਕ ਡੈਡਲੌਕ ਕ੍ਰੀਏਟ ਹੋ ਗਿਆ ਨਾ, ਇਸ ਡੈਡਲੌਕ ਨੂੰ ਬਹੁਤ ਹੀ ਸੀਰੀਅਸਲੀ ਦੇਖਣਾ ਚਾਹੀਦਾ। ਇਸ ਡੈਡਲੌਕ ਨੂੰ ਅਸੀਂ ਐਂ ਨਾ ਲਈਏ ਵੀ ਇਹ ਤਾਂ ਇੱਕ ਨਾਰਮਲ ਜੀ ਸਿਚੁਏਸ਼ਨ ਆ, ਇਹ ਬਹੁਤ ਵੋਲੇਟਾਈਲ ਸਿਚੁਏਸ਼ਨ ਆ, ਹਨਾ। ਬਹੁਤ ਨਾਜ਼ੁਕ ਸਿਚੁਏਸ਼ਨ ਆ। ਡੈਡਲੌਕ ਟੁੱਟੂਗਾ ਕਿਵੇਂ? ਅਗਲੇ ਐਕਸ਼ਨ ਨਾਲ ਹੀ ਡੈਡਲੌਕ ਟੁੱਟੂਗਾ। ਜਾਂ ਤਾਂ ਉਹ ਐਕਸ਼ਨ ਸਾਡੇ ਆਗੂਆਂ ਵੱਲੋਂ ਹੋਵੇ ਜਾਂ ਸਰਕਾਰ ਵੱਲੋਂ ਹੋਵੇ, ਤੇ ਉਹ ਐਕਸ਼ਨ ਕੀ ਹੋਊਗਾ
ਇਹੀ ਸਾਰੀ ਗੇਮ ਆ। ਹੁਣ ਸਰਕਾਰ ਸਾਨੂੰ ਸਮਝਣ 'ਚ ਲੱਗੀ ਆ, ਅਸੀਂ ਸਰਕਾਰ ਨੂੰ ਸਮਝਣ 'ਚ ਲੱਗੇ ਆ। ਜਿਹੜਾ ਜ਼ਿਆਦਾ ਵਧੀਆ ਇੱਕ ਦੂਜੇ ਨੂੰ ਸਮਝ ਲੂਗਾ ਉਹ ਬੰਦਾ ਜਿੱਤ ਜੂ। ਜੇ ਕਿਤੇ ਉਹ ਸਾਨੂੰ ਸਮਝ ਗਏ ਉਹ ਜਿੱਤ ਜਾਣਗੇ, ਜੇ ਅਸੀਂ ਉਹਨਾਂ ਨੂੰ ਸਮਝ ਗਏ ਤਾਂ ਅਸੀਂ ਜਿੱਤ ਜਾਾਂਗੇ। ਹੁਣ ਅਗਲੇ ਪ੍ਰੋਗਰਾਮ ਨੇ ਜਿੱਤਣਾ। ਇੱਥੇ ਹੁਣ ਆ ਗਈ ਆ ਪੋਲੀਟੀਕਲ ਡਿਪਲੋਮੇਸੀ ਤੇ ਟੇਬਲ ਟਾਕ ਤੇ ਗੱਲ। ਲੱਖਾ ਸਿੰਘ ਸਿਧਾਣਾ ਵੀ ਇੱਥੇ ਆ, ਦੋਵਾਂ ਨਾਲ ਇੱਕੋ ਜਿਹਾ ਵਿਤਕਰਾ ਹੀ ਹੋ ਰਿਹਾ ਹੈਗਾ। ਉਹਨਾਂ ਨਾਲ ਤੁਸੀਂ ਗੱਲਬਾਤ ਕਰ ਰਹੇ ਹੋ, ਉਹਨਾਂ ਨਾਲ ਹੋਈ ਗੱਲਬਾਤ ਕੋਈ? ਲੱਖੇ ਨਾਲ ਕੱਲ ਅਸੀਂ ਮਿਲੇ ਸੀ ਤੇ ਮੈਨੂੰ ਪੁੱਛਦੇ ਸੀ ਵੀ ਕੀ ਕਰੀਏ। ਮੈਂ ਉਹਨਾਂ ਨੂੰ ਵੀ ਕਿਹਾ ਹਜੇ ਵੀ ਆਪਾਂ ਜਿਹੜਾ ਕੰਮ ਕਰਨਾ ਸੀ, ਪੰਜਾਬ ਨੂੰ ਜਗਾਉਣਾ ਸੀ ਨਾ ਆਪਾਂ, ਔਰ ਉਹ ਕਰਤਾ। ਆਪਾਂ ਕੁਝ ਬਣ ਤਾਂ ਆਏ ਨਹੀਂ, ਕੁਝ ਅਹੁਦੇ ਨਹੀਂ ਲੈਣ ਆਏ, ਕੋਈ ਕੁਰਸੀਆਂ ਨਹੀਂ ਲੈਣ ਆਏ। ਇਸ ਕਰਕੇ ਅੱਜ ਪੰਜਾਬ ਦੇ ਹਿੱਤਾਂ 'ਚ ਇਹੀ ਹੋਊਗਾ ਵੀ ਆਪਾਂ ਚੁੱਪ ਕਰਕੇ ਬਹਿ ਜਾਈਏ ਤੇ ਏਕਾ ਭੰਗ ਨਾ ਕਰੀਏ। ਜੇ ਕਿਤੇ ਸਾਡਾ ਏਕਾ ਭੰਗ ਹੁੰਦਾ ਦਿਖਿਆ ਨਾ, ਜਾਂ ਮੰਨ ਲਓ ਵੱਖਰੀ ਸਟੇਜਾਂ ਲਾ ਕੇ ਖੜ ਗਏ, ਫੇਰ ਗੱਲ ਬਹੁਤ ਮਾੜੀ ਆ। ਇਸ ਟਾਈਮ ਤਾਂ ਅਸੀਂ ਕਹੀਏ ਵੀ ਤੁਸੀਂ ਜੋ ਕਹੋ ਸਿਰ ਮੱਥੇ ਆ, ਤੇ ਆਪਾਂ ਉਵੇਂ ਹੀ ਅੱਗੇ ਵਧਦੇ ਆ। ਬਾਈ ਤੁਸੀਂ ਸਮਾਂ ਦਿੱਤਾ, ਧੰਨਵਾਦ ਜੀ। ਧੰਨਵਾਦ ਭਾਈ। ਸੋ ਦੋਸਤੋ, ਇਹ ਸੀ ਬਾਈ ਦੀਪ ਸਿੱਧੂ ਜਿਨ੍ਹਾਂ ਨੇ ਕਲੀਅਰ ਕਰਿਆ ਕੱਲ੍ਹ ਵਾਲਾ ਮੁੱਦਾ ਵੀ ਜੋ ਸਾਡੀ ਇੰਟਰਵਿਊ ਦੇ ਵਿੱਚ ਹੋਇਆ। ਅਸੀਂ ਵੀ ਤੁਹਾਨੂੰ ਇਹੀ ਅਪੀਲ ਕਰਦੇ ਹਾਂ ਵੀ ਇੱਕ ਹੋ ਕੇ ਰਹੋ, ਏਕਾ ਬਣਾਈ ਰੱਖੋ। ਅੱਗੇ ਵੀ ਅਸੀਂ ਇਸ ਕਿਸਾਨੀ ਮੁੱਦੇ ਦੇ ਨਾਲ ਬਣੇ ਰਹਾਂਗੇ। ਹੁਣ ਆਪਣੇ ਦੋਸਤ ਰਤਨਦੀਪ ਸਿੰਘ ਧਾਲੀਵਾਲ ਨੂੰ ਦਿਓ ਇਜਾਜ਼ਤ। ਦੇਖਦੇ ਰਹੋ RMB ਟੈਲੀਵਿਜ਼ਨ। ਧੰਨਵਾਦ।